ਸਤਨਾਮ। ਜਪ ਤਪ ਸੰਜਮ ਧਰਮ ਨਾ ਕਮਾਇਓ, ਸੇਵਾ ਸਾਧਨਾ ਜਾਣਿਆ ਹਰਿ ਰਾਇਓ। ਕੋ ਨਾਨਕ ਹਮ ਨੀਚ ਕਰਮਾ, ਸ਼ਰਨ ਪੈ ਕੀ ਰਾਖੋ ਸ਼ਰਮਾ। ਬੋਲੇ ਸੋ ਨਿਰਭੈ ਪ੍ਰਭੂ ਵਾਲਮੀਕੀ ਦਇਆਵਾਨ ਜੀ ਕੀ ਜੈ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਜੈ ਗੁਰੂਦੇਵ ਧੰਨ ਗੁਰੂਦੇਵ, ਜੈ ਭੀਮ, ਜੈ ਸੰਵਿਧਾਨ, ਜੈ ਮੂਲ ਨਿਵਾਸੀ। ਸੋ ਰੱਬ ਦੇ ਪਿਆਰਿਆਂ ਨੂੰ ਕੋਟਨ ਕੋਟ ਪ੍ਰਣਾਮ ਹੈ। ਸੋ ਜੀਵ ਦਾ ਇੱਕ ਆਪਣਾ ਸਵਾਲ ਹੈ। ਸੋ ਸਾਡੇ ਵਾਸਤੇ ਉਹ ਸਵਾਲ ਨਹੀਂ ਹੈ। ਅਸੀਂ ਸਮਝਿਆ ਕਿ ਸਾਡੇ ਵਾਸਤੇ ਇੱਕ ਇਮਤਿਹਾਨ ਹੈ, ਸਾਡੀ ਮੱਤ ਦਾ ਇਮਤਿਹਾਨ ਹੈ, ਸਾਡੇ ਕਿਰਦਾਰ ਦਾ ਇਮਤਿਹਾਨ ਹੈ। ਸੋ ਸਵਾਲ ਕੀ ਹੈ? ਸੋ ਪਹਿਲਾਂ ਤਾਂ ਉਸ ਪਦਾਰਥ ਨੂੰ, ਉਸ ਚੀਜ਼ ਦੀ ਸਾਨੂੰ ਪਛਾਣ ਜ਼ਰੂਰੀ ਹੈ, ਜਾਣਕਾਰੀ ਜ਼ਰੂਰੀ ਹੈ। ਜੋ ਵੀ ਅਸੀਂ ਖਾਂਦੇ ਹਾਂ, ਪੀਂਦੇ ਹਾਂ, ਪਹਿਨਦੇ ਹਾਂ, ਜਿਸ ਨੂੰ ਵੀ ਆਪਣੇ ਜੀਵਨ ਅੰਦਰ ਲੈ ਕੇ ਆਉਂਦੇ ਹਾਂ, ਉਸ ਪਦਾਰਥ ਦੀ ਸਾਨੂੰ ਪਹਿਲਾਂ ਪਛਾਣ ਜ਼ਰੂਰੀ ਹੈ ਕਿ ਹਾਂ ਭਾਈ ਆਹ ਪਦਾਰਥ ਤੇਰੇ ਖਾਣ ਯੋਗ ਹੈ, ਮੈਂ ਪਛਾਣ ਕਰ ਲਈ, ਖਾ ਸਕਦਾ। ਆਹ ਪਦਾਰਥ ਤੇਰੇ ਪੀਣ ਯੋਗ ਹੈ, ਪਛਾਣ ਕਰ ਲਈ, ਜਾਣਕਾਰੀ ਪ੍ਰਾਪਤ ਕਰ ਲਈ, ਸੋਝੀ ਪ੍ਰਾਪਤ ਕਰ ਲਈ, ਪੀ ਸਕਦਾ। ਇਹ ਪਦਾਰਥ ਨੂੰ ਆਪਣੇ ਜੀਵਨ ਅੰਦਰ ਲੈ ਕੇ ਆ ਸਕਦਾ ਹੈ, ਤੇਰੇ ਵਾਸਤੇ ਚੰਗਾ ਹੈ, ਇਹ ਮੈਂ ਪਛਾਣ ਕਰ ਲਈ। ਕਿਉਂਕਿ ਕਿਸੇ ਵੀ ਪਦਾਰਥ ਨੂੰ ਆਪਣੇ ਜੀਵਨ ਅੰਦਰ ਲੈਣ ਤੋਂ ਪਹਿਲਾਂ ਉਹਦੀ ਪਛਾਣ ਜ਼ਰੂਰੀ ਹੈ। ਹੁਣ ਮੰਨ ਲਓ ਛੋਟਾ ਬੱਚਾ ਹੈ, ਛੋਟਾ ਬੱਚਾ ਬੇਸਮਝ ਹੁੰਦਾ, ਨਾਮ ਸਮਝ ਹੁੰਦਾ ਹੈ, ਕੀ ਖਾਣਾ, ਕੀ ਪੈਣਾ, ਪੀਣਾ ਉਸਨੂੰ ਸਮਝ ਨਹੀਂ ਹੈ। ਉਹ ਮਾੜੀ ਚੰਗੀ ਚੀਜ਼ ਖਾ ਸਕਦਾ ਹੈ ਤੇ ਕਸ਼ਟ ਵਿੱਚ, ਦੁੱਖਾਂ ਵਿੱਚ ਆ ਸਕਦਾ ਹੈ, ਹੋਰਾਂ ਨੂੰ ਦੁੱਖਾਂ ਵਿੱਚ ਪਾ ਸਕਦਾ ਹੈ, ਹੋ ਜਾਂਦਾ ਹੈ। ਹੁਣ ਮਾਪੇ ਜੋ ਸੂਝਵਾਨ ਹੁੰਦੇ ਨੇ, ਸਿਆਣੇ ਮਾਪੇ ਹੁੰਦੇ ਨੇ, ਉਹ ਕਰਦੇ ਕੀ ਹੈ? ਜੋ ਪਦਾਰਥ ਬੱਚੇ ਦੇ ਗ੍ਰਹਿਣ ਕਰਨ ਯੋਗ ਨਹੀਂ ਹੈ, ਉਹਨੂੰ ਰੱਖਦੇ ਨੇ ਉੱਚੀਆਂ ਥਾਵਾਂ 'ਤੇ। ਜੋ ਪੀਣ ਯੋਗ ਨਹੀਂ ਹੈ, ਉਹਨੂੰ ਰੱਖਦੇ ਨੇ ਉੱਚੀਆਂ ਥਾਵਾਂ 'ਤੇ ਪਰਦੇ ਦੇ ਅੰਦਰ, ਤਾਂ ਜੋ ਬੱਚੇ ਦਾ ਉੱਤੇ ਤੱਕ ਹੱਥ ਨਾ ਪਹੁੰਚੇ, ਬੱਚਾ ਗ੍ਰਹਿਣ ਨਾ ਕਰ ਲਏ, ਉਹਦੀ ਦੇਹ ਨੂੰ ਕੋਈ ਹਾਨੀ ਨਾ ਪਹੁੰਚੇ। ਕਿ ਜਦੋਂ ਆ ਜਾਂਦੀ ਹੈ ਬੱਚੇ ਨੂੰ ਸਮਝ ਕਿ ਮੇਰੇ ਵਾਸਤੇ ਅੱਜ ਖਾਣਾ ਚੰਗਾ ਹੈ, ਆਹ ਪੀਣਾ ਚੰਗਾ ਹੈ, ਉਦੋਂ ਫਿਰ ਆਪਣੀ ਜੀਵਨ ਚਾਲ ਆਪ ਚਲਾ ਲੈਂਦਾ ਹੈ। ਕਿਉਂਕਿ ਹੁਣ ਪਛਾਣ ਹੋ ਗਈ ਹੈ ਕੀ ਚੰਗਾ ਕੀ ਮਾੜਾ ਹੈ, ਕਿ ਇਹਨੂੰ ਜੀਵਨ ਅੰਦਰ ਲੈ ਕੇ ਆਉਣਾ ਹੈ। ਸੋ ਕਿਸੇ ਪਦਾਰਥ ਨਾਲ ਜੁੜਨਾ ਹੈ, ਜੀਵਨ ਅੰਦਰ ਲੈ ਕੇ ਆਉਣਾ, ਪਹਿਲਾਂ ਜਾਣਕਾਰੀ ਪਛਾਣ ਜ਼ਰੂਰੀ ਹੈ। ਸੋ ਇੱਥੇ ਜੀਵ ਦਾ ਪ੍ਰਸ਼ਨ ਹੈ ਕਿ ਹਿੰਦੂ ਧਰਮ ਦੇ ਜੋ ਸੰਤ ਪੁਰਖ ਹੈ, ਜੋ ਗੁਰੂ ਹੈ, ਅਤੇ ਜੋ ਬਹੁਜਨ ਸਮਾਜ ਦੇ ਸੰਤ ਪੁਰਖ ਹੈ, ਗੁਰੂ ਹੈ, ਉਹਨਾਂ ਵਿੱਚ ਅੰਤਰ ਕੀ ਹੈ? ਸਵਾਲ ਦੇਖੋ ਕਿਹੋ ਜਿਹਾ ਹੈ। ਉਹਨਾਂ ਸੰਤਾਂ ਮਹਾਂਪੁਰਖਾਂ ਵਿੱਚ ਅੰਤਰ ਕੀ ਹੈ? ਚਾਹੇ ਹਿੰਦੂ ਹੈ, ਚਾਹੇ ਬਹੁਜਨ ਸਮਾਜ ਦੇ ਹੈ, ਕਿਸੇ ਵੀ ਸਮਾਜ ਦੇ, ਅੰਤਰ ਕੀ ਹੈ ਉਹਨਾਂ ਦੇ ਅੰਦਰ? ਹੁਣ ਪਹਿਲਾਂ ਤਾਂ ਆਪਾਂ ਸਤਿਗੁਰ ਕਬੀਰਦਾਸ ਜੀ ਦਾ ਬਚਨ ਲੈ ਲੈਂਦੇ ਹਾਂ, ਸ਼ਲੋਕ ਲੈ ਲੈਂਦੇ ਹਾਂ। ਕਹਿੰਦੇ ਆ ਸਤਿਗੁਰੂ ਮਹਾਰਾਜ,
हिंदू कहे मोहे राम प्यारा, तुर्क कहे रहमाना, दोनों ललड़ मरस सी मरम सच ना जाना। ਉਹ ਸਮਾਂ ਸੀ ਜਦੋਂ ਹਿੰਦੂ ਲੋਕ ਕਹਿੰਦੇ ਹੈ ਕਿ ਸਾਡਾ ਰਾਮ ਹੀ ਸਭ ਕੁਝ ਹੈ, ਸਭ ਕੁਝ ਰਾਮ ਹੀ ਹੈ, ਕਰਤਾ ਧਰਤਾ ਪਾਲਣਹਾਰ ਰਾਮ ਹੀ ਹੈ। ਤੇ ਮੁਸਲਮਾਨ ਕਹਿੰਦਾ, ਤੁਰਕ ਕਹਿੰਦਾ ਹੈ ਕਿ ਅੱਲਾਹ ਸਭ ਕੁਝ ਹੈ, ਅੱਲਾਹ ਪਾਲਣਹਾਰ ਹੈ, ਅੱਲਾਹ ਸਿਰਜਣਹਾਰ ਹੈ, ਉਹੀ ਮਾਲਕ ਪਾਲਕ ਸਭਨਾ ਅੱਲਾਹ ਹੈ। ਇਸੇ ਗੱਲ ਤੋਂ ਝਗੜਦੇ ਹੈ, ਲੜਦੇ ਹੈ, ਮਰਦੇ ਹੈ, ਇੱਕ ਦੂਜੇ ਨਾਲ ਨਫ਼ਰਤ ਕਰਦੇ, ਘਿਰਣਾ ਕਰਦੇ ਹੈ। ਪਰ ਜਿਹੜਾ ਵਿਚਲਾ ਸੱਚ ਹੈ ਉਹਦੀ ਕੋਈ ਪਛਾਣ ਨਹੀਂ ਕਰਦਾ। ਉਹਦੀ ਪਛਾਣ ਕਰ ਲੈ ਤਾਂ ਸਾਰੇ ਝਗੜੇ ਖਤਮ ਹੈ, ਨਫ਼ਰਤ ਪ੍ਰੇਮ ਵਿੱਚ ਤਬਦੀਲ ਹੋ ਜਾਏਗੀ। ਵਿਚਲੀ ਗੱਲ ਨੂੰ ਬੰਦਾ ਸਮਝ ਲੈ। ਸੋ ਸੰਤਾਂ ਨੇ ਸਮਝਿਆ, ਸੰਤਾਂ ਨੇ ਸਮਝਿਆ ਤੇ ਸੰਤਾਂ ਨੇ ਝਗੜੇ ਖਤਮ ਕੀਤੇ ਹੈ। हिंदू कोहे कहे मोहे राम प्यारा, तुर्क कहे रहमाना, दोनों लड़ लड़ मरस सी मरम सच ना जाना। क्यों चाहे अल्लाह है चाहे राम है, वो इक्को ही है, ये सच है। कोई उन्होंने अल्लाह कहता, राम कहता, गौड़ कहता, वाहिगुरु कहता, वो इक्को ही है। झगड़े कादे है? जिन्हें सच नूं जान लिया सारे झगड़े खत्म, नफरत खत्म, मरण मराउण की गल ही कोई रह जाती। सो जिन्हों ने वो मंजिल में पाया है वो लड़ाइयाँ झगड़ियाँ तो परे हो गए, नफरत तो परे हो गए है। गल समझन दी है, पछाण दी है, सच नूं जानन दी है। हुण इत्थे ही कबीरदास नूं पुछदे ने कि तुसीं कौन हो भाई? वो कहते हैं ना मैं हिंदू ना मुसलमान, मैं तो एक आम जिहा इंसान। क्या बात है, समझाने का तरीका। कहते ना तो असीं हिंदू आ ना मुसलमान, अस तां एक इंसान हाँ कि परमात्मा ने उसे भेजा की है, की बना के भेजा है, बंदा विचार करे। परमात्मा ने सानू ना हिंदू बना के भेजा है ना तुर्क बना के भेजा है, सानू इंसान बना के भेजा है। तो असीं इंसान है, ना हिंदू आ ना मुसलमान, असी इंसान हाँ। तो यही गल डॉक्टर भीमराव अंबेडकर साहब जी महाराज अपने संविधान में दसते हैं। संविधान इंसान की गल करता है कि बंदिया तू भगवान नूं छड्ड, भगवान बनना तेरे वास्ते बहुत दूर की गल है, तू इंसान बन जा। जिस दिन तू इंसान बन गया तो भगवान भी तू ही है। संविधान इंसान की गल करता है कि बंदे तू इंसान बन, इंसान बन। सतगुरु कबीरदास जी, ना मैं हिंदू ना मुसलमान, मैं तो एक आम जिहा इंसान। सो इत्थे संत की गल आई है कि संत हिंदू संत विच बहुजन समाज के संत विच अंतर की है। सो विचार तो बहुत लंबा गहरा जा सकता, पर कोशिश करांगे कि थोड़े शब्दों में आपां समिटना करिए। सो पहला संत नूं समझिए, संत की है, सारे सवालों का हल मिल जाना। संत की है, संत कहते किनू है? सो इत्थे ही सतगुरु कबीरदास जी समझाना करते हैं बड़े प्रेम के नाल कि संत तो एक पेड़ है खड़े प्रेम के गांव, आप तो जलते धूप में औरों को दे छांव। ये है संत। संत एक पेड़ की तरह है, खड़े प्रेम के गांव, आप तो जलते धूप में औरों को दे छांव। ये है कहते संत, जो आप तपदे ने, सड़ते ने, दुख भोगते ने, दुखों को भोग के हंडा के अपने उपर इस संसार को सुख बख्शिश करते हैं, वो है संत। वो है संत जो प्रेम का पसारा करते हैं, वो है संत। नफरत का नहीं, प्रेम का, वो है संत।
ਸੰਤ ਨੂੰ ਸਮਝੀਏ। ਸੰਤ ਕਿ ਜਿਹੜੇ ਉਸ ਸਤ ਪਰਮੇਸ਼ਵਰ ਨੂੰ, ਸਤ ਇੱਕੋ ਹੀ ਹੈ, ਉਹ ਭਗਵਾਨ, ਉਹ ਰੱਬ, ਉਹ ਪਰਮਾਤਮਾ, ਉਹ ਗੋਡ, ਵਾਹਿਗੁਰੂ, ਅੱਲਾ, ਉਹ ਇੱਕੋ ਹੀ ਹੈ। ਜਿਹੜਾ ਉਸ ਸਤ ਪਰਮੇਸ਼ਵਰ ਨੂੰ ਸਿਮਰਦਾ ਚੇਤੇ ਕਰਦਾ, ਸੰਤ ਬਣ ਜਾਂਦਾ ਹੈ। ਇਹਦੇ ਸਤ ਨੂੰ ਸਿਮਰਦਿਆਂ ਜਿਹੜਾ ਖੁਦ ਸੰਤ ਬਣ ਜਾਂਦਾ ਹੈ, ਉਹ ਸਤ ਦਾ ਰੂਪ ਬਣ ਜਾਂਦਾ ਹੈ। ਉਹਨੂੰ ਜਿਹੜਾ ਸਤ ਦਾ ਰੂਪ ਹੋ ਗਿਆ ਉਹਨੂੰ ਕਹਿੰਦੇ ਸੰਤ। ਜਿਹੜਾ ਸ਼ਾਂਤ ਹੋ ਗਿਆ, ਕਿਉਂਕਿ ਪਰਮਾਤਮਾ ਕੀ ਹੈ, ਪਰਮਾਤਮਾ ਸਤ ਹੈ, ਤੇ ਜਿਹੜਾ ਸਤ ਨਾਲ ਜੁੜ ਗਿਆ ਉਹ ਸਤ ਰੂਪ ਹੀ ਹੋ ਜਾਂਦਾ ਹੈ। ਇੱਕ ਬੂੰਦ ਸਾਗਰ ਨਾਲ ਮਿਲ ਗਈ, ਉਹ ਸਾਗਰ ਹੀ ਹੋ ਜਾਂਦੀ ਹੈ, ਉਹ ਬੂੰਦ ਨਹੀਂ ਰਹਿ ਜਾਂਦੀ। ਜਿਹੜਾ ਉਸ ਸਤ ਪਰਮੇਸ਼ਵਰ ਨਾਲ ਜੁੜ ਗਿਆ ਉਹ ਸਤ ਹੋ ਜਾਂਦਾ ਹੈ, ਤੇ ਸਤ ਨੂੰ ਕਹਿੰਦੇ ਸੰਤ। ਪਰਮਾਤਮਾ ਸ਼ਾਂਤ ਰੂਪ ਹੈ, ਜਿਹੜਾ ਸ਼ਾਂਤ ਨਾਲ ਜੁੜ ਜਾਂਦਾ ਹੈ, ਸ਼ਾਂਤੀ ਨਾਲ ਜੁੜ ਜਾਂਦਾ ਹੈ, ਉਹ ਹੋ ਜਾਂਦਾ ਸੰਤ। ਜਿਹੜਾ ਸ਼ਾਂਤ ਰੂਪ ਹੈ ਨਾ, ਸ਼ਾਂਤ ਚਿੱਤ ਹੈ, ਉਹਨੂੰ ਕਹਿੰਦੇ ਆ ਸੰਤ। ਜਿਹੜਾ ਗਿਆਨ ਦੇ ਸਾਗਰ ਨਾਲ ਜੁੜ ਜਾਂਦਾ ਹੈ ਉਹਨੂੰ ਕਹਿੰਦੇ ਆ ਸੰਤ। ਜਿਹੜਾ ਪ੍ਰੇਮ ਦੇ ਸਾਗਰ ਨਾਲ ਜੁੜ ਜਾਂਦਾ ਹੈ ਉਹਨੂੰ ਕਹਿੰਦੇ ਆ ਸੰਤ। ਤੇ ਸੰਤ ਤੇ ਪ੍ਰਮਾਤਮਾ ਵਿੱਚ, ਰੱਬ ਅੰਦਰ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਸੰਤ ਚੱਲਦਾ ਫਿਰਦਾ ਉਹ ਰੱਬ ਦਾ ਰੂਪ ਹੈ। ਕਹਿੰਦੇ ਨਾ, ਸੰਤ ਬੋਲਦੇ ਰੱਬ ਬੋਲਦਾ, ਰੱਬ ਦੀ ਸੰਤ ਜ਼ੁਬਾਨ, ਤੁਰਦੇ ਫਿਰਦੇ ਬਖਸ਼ਦੇ ਸੰਤ ਪ੍ਰਭੂ ਦਾ ਨੂਰੀ ਗਿਆਨ। ਪ੍ਰਭੂ ਉਹ ਪਰਮਾਤਮਾ, ਉਹਦਾ ਬਖਸ਼ਿਆ ਗਿਆਨ ਸੰਤ ਉਚਾਰਨ ਕਰਦੇ ਨੇ। ਪ੍ਰਭੂ ਦੇ ਗੁਣਾਂ ਦਾ ਪਸਾਰਾ ਪ੍ਰਕਾਸ਼ ਉਹ ਸੰਤ ਕਰਦੇ ਨੇ। ਉਹ ਪਰਮਾਤਮਾ ਰੂਪ ਬਣ ਕੇ, ਆਕਾਰ ਬਣ ਕੇ ਸੰਤ ਬੋਲਦੇ, ਰੱਬ ਬੋਲਦਾ। ਸੰਤ ਕਿਹਾ ਜਾਂਦਾ ਸ਼ਾਂਤ ਰੂਪ ਨੂੰ, ਸ਼ਾਂਤ ਚਿੱਤ ਨੂੰ, ਪ੍ਰੇਮ ਦੇ ਸਾਗਰ ਨੂੰ, ਗਿਆਨ ਦੇ ਸਾਗਰ ਨੂੰ, ਉਹ ਸਤ ਰੂਪ ਨੂੰ ਸੰਤ ਕਿਹਾ ਜਾਂਦਾ ਹੈ। ਉਹ ਹੈ ਸੰਤ। ਹੁਣ ਦਾ ਸੰਤ ਇੱਕ ਮੰਜ਼ਿਲ ਹੈ, ਸਮਝ ਲਓ। ਜਿਵੇਂ ਪ੍ਰਮਾਤਮਾ ਇੱਕ ਮੰਜ਼ਿਲ ਹੈ, ਸਭ ਜੀਵਾਂ ਦੀ ਮੁਕਾਮ ਹੈ, ਲਕਸ਼ ਹੈ, ਇੱਦਾਂ ਸੰਤ ਵੀ ਇੱਕ ਮੰਜ਼ਿਲ ਹੈ। ਜਿਹੜੇ ਉਸ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਉਹ ਸਤ ਰੂਪ ਹੋ ਜਾਂਦੇ ਨੇ, ਸੰਤ ਹੋ ਜਾਂਦੇ ਨੇ। ਤੇ ਜਿਹੜੇ ਮੰਜ਼ਿਲ ਤੋਂ ਪਿੱਛੇ ਰਹਿ ਜਾਂਦੇ ਨੇ ਉਹ ਫਿਰ ਲੜਾਈਆਂ ਝਗੜਿਆਂ ਵਿੱਚ, ਨਫ਼ਰਤ ਵਿੱਚ, ਘਿਰਨਾ ਵਿੱਚ, ਊਚ ਨੀਚ ਵੰਡੀਆਂ ਵਿੱਚ ਰਹਿ ਜਾਂਦੇ ਨੇ। ਉਹ ਸੰਤ ਨਹੀਂ ਬਣਦੇ। ਆਪਣੇ ਆਪ ਨੂੰ ਸੰਤ ਕਹਿਣਗੇ ਪਰ ਸੰਤਾਂ ਦੀ ਮੰਜ਼ਿਲ ਤੱਕ ਅਜੇ ਪਹੁੰਚੇ ਨਹੀਂ। ਜਿਹੜੇ ਸੰਤ ਦੀ ਮੰਜ਼ਿਲ ਦੀ ਪ੍ਰਾਪਤੀ ਕਰ ਲੈਂਦੇ ਨੇ, ਸਤ ਦੀ ਪ੍ਰਾਪਤੀ ਕਰ ਲੈਂਦੇ ਨੇ, ਉਹ ਹੋ ਜਾਂਦੇ ਨੇ ਸੰਤ। ਨਫ਼ਰਤ ਕਰਨਾ ਸਾਰੀ ਖਤਮ, ਊਚ ਨੀਚ ਸਾਰੀ ਖਤਮ, ਬਸ ਪ੍ਰੇਮ ਹੀ ਹੈ, ਪ੍ਰੇਮ ਹੀ ਪ੍ਰੇਮ ਹੈ। ਉਹਨੂੰ ਕਹਿੰਦੇ ਆ ਸੰਤ। ਸੰਤ ਇੱਕ ਮੰਜ਼ਿਲ ਹੈ। ਸੋ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਜੀ ਦੇ ਕਈ ਅੰਗਾਂ ਤੇ, ਬਹੁਤ ਅੰਗਾਂ ਤੇ ਸੰਤਾਂ ਦਾ ਜ਼ਿਕਰ ਆਇਆ ਹੈ ਕਿ ਸੰਤ ਹੈ ਕੀ ਹੈ। ਬੜੀ ਮਹਿਮਾ ਆਈ ਹੈ ਸੰਤਾਂ ਦੀ, ਗੁਰੂਆਂ ਦੀ ਬਹੁਤ ਮਹਿਮਾ ਆਈ ਹੈ। ਸੋ ਆਪਾਂ ਥੋੜ੍ਹਾ ਜਿਹਾ ਲਵਾਂਗੇ। ਬਾਣੀ ਸਮਝਾਉਂਦੀ ਹੈ ਕਿ ਸੰਤ ਰੂਪ ਪਰਮੇਸ਼ਵਰੀ, ਸੰਤ ਰੂਪ ਪਰਮੇਸ਼ਵਰੀ, ਕਿ ਸੰਤ ਪ੍ਰਭੂ ਦੇ ਹੁੰਦੇ ਦਾਸ। ਏੜਾ ਪਿੰਗਲਾ ਸੁਖਨਾ ਸੰਤ ਜਨਾਂ ਦੀ ਅਸਲੀ ਰਾਸ। ਹੁਣ ਇਸ ਪੰਕਤੀ ਦਾ ਵਿਚਾਰ ਕਰੀਏ ਤਾਂ ਬਹੁਤ ਲੰਬਾ ਜਾ ਸਕਦਾ ਹੈ, ਏੜਾ ਪਿੰਗਲਾ ਵਾਲੀ ਪੰਕਤੀ ਦਾ, ਪਰ ਆਪਾਂ ਪਹਿਲੀ ਪੰਕਤੀ ਨੂੰ ਲੈਂਦੇ ਹਾਂ ਕਿ ਮਹਾਰਾਜ ਕੀ ਸਮਝਾਉਂਦੇ। ਸੰਤ ਕੌਣ ਹੈ? ਸੰਤ ਰੂਪ ਪਰਮੇਸ਼ਵਰੀ। ਹੁਣ ਪਰਮੇਸ਼ਵਰ ਦਾ ਰੂਪ ਸੰਤ ਹੈ। ਜੇ ਪਰਮੇਸ਼ਵਰ ਦਾ ਰੂਪ ਸੰਤ ਹੈ ਤਾਂ ਫਿਰ ਵੰਡ ਵਿਤਕਰੀਆ ਨਹੀਂ ਹੈ। ਹੁਣ ਪਰਮੇਸ਼ਵਰ ਦੇ ਅੰਦਰ ਕੀ ਹੈ? ਪਰਮੇਸ਼ਵਰ ਦੇ ਕੀ ਗੁਣ ਹੈ? ਰੱਬ ਦੇ ਕੀ ਗੁਣ ਹੈ? ਜਿਵੇਂ ਸੂਰਜ ਹੈ ਇੱਦਾਂ ਹੀ ਪਰਮੇਸ਼ਵਰ ਹੈ, ਇੱਦਾਂ ਹੀ ਸੰਤ ਹੈ। ਜਿਵੇਂ ਸੂਰਜ ਸਭ ਨੂੰ ਸਾਂਝੀ ਲੋ ਬਖਸ਼ਿਸ਼ ਕਰਦਾ ਹੈ, ਪ੍ਰਕਾਸ਼ ਬਖਸ਼ਿਸ਼ ਕਰਦਾ ਹੈ, ਰੋਸ਼ਨੀ ਬਖਸ਼ਿਸ਼ ਕਰਦਾ ਹੈ, ਇੱਦਾਂ ਹੀ ਸੰਤ ਹੈ। ਸੰਤ ਵੀ ਸਭਨਾਂ ਦਾ ਸਾਂਝਾ ਹੀ ਹੈ। ਜਿਵੇਂ
ਚੰਨ ਹੈ, ਇੱਦਾਂ ਹੀ ਉਹ ਪ੍ਰਮਾਤਮਾ ਹੈ, ਇੱਦਾਂ ਹੀ ਸੰਤ ਮਹਾਂਪੁਰਖ ਹੈ। ਸਾਨੂੰ ਸਭ ਨੂੰ ਸਾਂਝੀ ਚਾਨਣੀ ਬਖਸ਼ਿਸ਼ ਕਰਦਾ ਹੈ। ਫੁੱਲ ਹੈ, ਫੁੱਲ ਸਭ ਨੂੰ ਸਾਂਝੀ ਖੁਸ਼ਬੂ ਬਖਸ਼ਿਸ਼ ਕਰਦੇ ਹੈ। ਹਵਾ ਹੈ, ਹਵਾ ਸਭ ਨੂੰ ਜੀਵਨ ਦਾਨ ਬਖਸ਼ਿਸ਼ ਕਰਦੀ ਹੈ। ਪਾਣੀ ਹੈ, ਪਾਣੀ ਸਭ ਨੂੰ ਜੀਵਨ ਦਾਤਾ ਹੈ ਸਭ ਜੀਵਾਂ ਦਾ, ਚਾਹੇ ਕਿ ਪੰਛੀ ਹੈ, ਪਖੇਰੂ ਹੈ, ਜਾਨਵਰ ਹੈ, ਇਨਸਾਨ ਹੈ, ਹਰ ਇੱਕ ਜੀਵ ਦਾ ਜੀਵਨ ਦਾਤਾ ਹੈ ਪਾਣੀ। ਤੋ ਪਰਮੇਸ਼ਵਰ ਵੀ ਪਾਣੀ ਦੀ ਤਰ੍ਹਾਂ ਹੈ, ਉਹ ਸੰਤ ਵੀ ਪਾਣੀ ਦੀ ਤਰ੍ਹਾਂ ਹੈ, ਸੰਤ ਵੀ ਇੱਕ ਫੁੱਲ ਦੀ ਤਰ੍ਹਾਂ ਹੈ, ਸੰਤ ਵੀ ਚੰਦ ਦੀ ਤਰ੍ਹਾਂ ਹੈ, ਸੂਰਜ ਦੀ ਤਰ੍ਹਾਂ ਹੈ। ਕੋਈ ਫਰਕ ਨਹੀਂ ਹੈ, ਕੋਈ ਫਰਕ ਨਹੀਂ ਹੈ। ਤੇ ਸੰਤ ਵੀ ਸਭਨਾਂ ਨੂੰ ਜੋ ਵੀ ਬਖਸ਼ਿਸ਼ ਕਰਦੇ ਹੈ ਉਹ ਸਾਂਝਾ ਬਖਸ਼ਿਸ਼ ਕਰਦੇ ਹੈ। ਹੁਣ ਹਵਾ ਦਾ ਕੀ ਧਰਮ ਹੈ, ਜਲ ਦਾ ਕੀ ਧਰਮ ਹੈ, ਸੂਰਜ ਦਾ ਕੀ ਧਰਮ ਹੈ, ਚੰਦ ਦਾ ਕੀ ਧਰਮ ਹੈ, ਫੁੱਲਾਂ ਦਾ ਕੀ ਧਰਮ ਹੈ। ਹੁਣ ਜਿਹੜੇ ਹੁੰਦੇ ਨਾ ਸੰਤ ਪੂਰਨ ਸੰਤ ਉਹ ਤਾਂ ਭਾਈ ਨਾ ਤਾਂ ਧਰਮਾਂ 'ਚ ਆਉਂਦੇ, ਨਾ ਜਾਤਾਂ 'ਚ ਆਉਂਦੇ, ਨਾ ਗੋਤਾਂ 'ਚ ਆਉਂਦੇ, ਨਾ ਮਜ਼ਹਬਾਂ 'ਚ ਆਉਂਦੇ ਨੇ, ਉਹ ਨਹੀਂ ਆਉਂਦੇ ਕਿਸੇ ਵਿੱਚ। ਉਹ ਪਰਮੇਸ਼ਵਰ ਦੇ ਵਾਂਗ ਹੀ ਹੈ, ਪਰਮੇਸ਼ਵਰ ਦਾ ਰੂਪ ਹੈ। ਤੇ ਪਰਮੇਸ਼ਵਰ ਦਾ ਤਾਂ ਕਿਸੇ ਧਰਮਾਂ 'ਚ ਨਹੀਂ ਆਉਂਦਾ। ਜੋ ਵੀ ਬਖਸ਼ਿਸ਼ ਕਰਦਾ ਹੈ ਸਭਨਾਂ ਨੂੰ ਸਾਂਝਾ ਹੀ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਸੰਤ ਮਹਾਂਪੁਰਖ ਵੀ ਪੂਰਨ ਸਤਿਗੁਰੂ, ਪੂਰਨ ਗੁਰੂਦੇਵ ਉਹ ਸਭਨਾਂ ਦੇ ਸਾਂਝੇ ਹੈ, ਕਿਸੇ ਇੱਕ ਦੇ ਨਹੀਂ ਹੈ। ਉਹਨਾਂ ਵਿੱਚ ਕੋਈ ਵੀ ਫਰਕ ਨਹੀਂ ਹੈ, ਚਾਹੇ ਸੰਤ ਹਿੰਦੂ ਵਿੱਚ ਹੈ, ਹਿੰਦੂ ਧਰਮ ਵਿੱਚ ਹੈ, ਚਾਹੇ ਬਹੁਜਨ ਸਮਾਜ ਵਿੱਚ ਹੈ, ਚਾਹੇ ਮੁਸਲਮਾਨ ਵਿੱਚ ਹੈ। ਉਹਨਾਂ ਵਿੱਚ ਕੋਈ ਵੀ ਫਰਕ ਨਹੀਂ ਹੈ, ਊਚ ਨੀਚ ਨਹੀਂ ਹੈ, ਵੰਡ ਵਿਤਕਰੇ ਨਹੀਂ ਹੈ। ਜਿਹੜੇ ਪੂਰਨ ਸੰਤ ਹੈ, ਆਪਾਂ ਪੂਰਨ ਸੰਤਾਂ ਦੀ ਗੱਲ ਕਰਦੇ ਹਾਂ, ਅਧੂਰਿਆਂ ਦੇ ਨਹੀਂ ਕਰਦੇ। ਅਧੂਰੇ ਜਿਹੜੇ ਉਸ ਮੰਜ਼ਿਲ ਤੱਕ ਪਹੁੰਚੇ ਨਹੀਂ। ਅਧੂਰਿਆਂ ਅੰਦਰ ਕੀ ਹੈ, ਅਧੂਰਿਆਂ ਅੰਦਰ ਲੜਾਈਆਂ ਹੈ, ਝਗੜੇ ਹੈ, ਨਫ਼ਰਤ ਹੈ, ਘਿਰਨਾ ਹੈ, ਊਚ ਨੀਚ ਹੈ। ਇਹ ਅਧੂਰਿਆਂ ਵਿੱਚ ਹੈ, ਪੂਰਿਆਂ ਵਿੱਚ ਨਹੀਂ ਹੈ। ਪੂਰਿਆਂ ਸੰਤਾਂ ਕੋਲ ਇਹ ਗੱਲ ਨਹੀਂ ਹੈ। ਉਹ ਸੰਤ ਚਾਹੇ ਹਿੰਦੂਆਂ ਦਾ ਹੋਇਆ, ਚਾਹੇ ਮੁਸਲਮਾਨਾਂ ਦਾ ਹੋਇਆ, ਉਹ ਇਸ ਗੱਲਾਂ 'ਚ ਨਹੀਂ ਆਉਂਦੇ। ਹਿੰਦੂ ਧਰਮ ਵਿੱਚ ਸਤਿਗੁਰੂ ਰਾਮਾਨੰਦ ਵੀ ਹੋਏ ਹੈ, ਵਿਵੇਕਾਨੰਦ ਜੀ ਵੀ ਹੋਏ ਹੈ। ਕਿਤੇ ਪੜ੍ਹੀਏ ਉਹਨਾਂ ਦੇ ਜੀਵਨ ਨੂੰ, ਪੜ੍ਹੀਏ ਉਹਨਾਂ ਦੀ ਜੀਵਨ ਗਾਥਾ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ। ਹੈ ਤਾਂ ਹਿੰਦੂ ਸਮਾਜ ਦੇ ਵਿੱਚ ਹੀ, ਹਿੰਦੂ ਸਮਾਜ 'ਚ ਹੀ ਆਉਂਦੇ, ਪਰ ਉਹਨਾਂ ਦੀ ਸੋਚ ਉਹਨਾਂ ਜੀਵਾਂ ਤੋਂ ਅਲੱਗ ਸੀ, ਜੀਵਨ ਗਾਥਾ ਉਹਨਾਂ ਦੀ ਅਲੱਗ ਸੀ। ਕਿਤੇ ਵਿਚਾਰੇ ਬੰਦਾ ਬਹਿ ਕੇ, ਹੈ ਤਾਂ ਹਿੰਦੂ ਸਮਾਜ ਵਿੱਚੋਂ ਸੀ ਨਾ ਰਾਮਾਨੰਦ ਜੀ ਵੀ, ਪਰ ਜੇ ਉਹਨਾਂ ਵਿੱਚ ਵੰਡ ਵਿਤਕਰੀਆਂ ਹੁੰਦੀਆਂ, ਊਚ ਨੀਚ ਹੁੰਦੀ, ਉੱਚਾ ਨੀਵਾਂ ਹੁੰਦਾ, ਜਾਤਾਂ ਪਾਤਾਂ ਹੁੰਦੀਆਂ, ਧਰਮ ਹੁੰਦੇ ਉਹਨਾਂ ਦੇ ਹਿਰਦਿਆਂ ਅੰਦਰ, ਹਿੰਦੂ ਮੁਸਲਿਮ ਸਿੱਖ ਈਸਾਈ ਨੂੰ ਲੈ ਕੇ, ਤਾਂ ਜੇ ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰਦਾਸ, ਸਦਨਾ ਜੀ, ਸਤਿਗੁਰੂ ਰਾਮਾਨੰਦ ਦੇ ਸ਼ਿਸ਼ ਨਹੀਂ ਸੀ ਹੋਣੇ, ਨਹੀਂ ਸੀ ਸ਼ਿਸ਼ ਹੋਣੇ। ਜਿਹੜੇ ਪੂਰਨ ਸੰਤ ਹੁੰਦੇ ਹੈ, ਚਾਹੇ ਉਹ ਹਿੰਦੂਆਂ ਵਿੱਚੋਂ ਹੈ, ਚਾਹੇ ਮੁਸਲਮਾਨਾਂ ਵਿੱਚੋਂ, ਪੂਰਨ ਸੰਤਾਂ ਵਿੱਚ ਇਹ ਗੱਲਾਂ ਬਾਤਾਂ ਬਿਲਕੁਲ ਵੀ ਨਹੀਂ ਹੁੰਦੀਆਂ। ਊਚ ਨੀਚ ਨੂੰ ਲੈ ਕੇ ਖਾਸ ਕਰ, ਵੰਡ ਵਿਤਕਰੇ ਨੂੰ ਲੈ ਕੇ ਖਾਸ ਕਰ। ਉਹ ਸੂਰਜ ਵਾਂਗ ਹੁੰਦੇ ਨੇ, ਚੰਦ ਵਾਂਗ ਹੁੰਦੇ ਨੇ, ਫੁੱਲਾਂ ਵਾਂਗ ਹੁੰਦੇ ਨੇ, ਪ੍ਰੇਮ ਦੇ ਵਾਂਗ ਹੁੰਦੇ ਨੇ, ਹਵਾ ਦੇ ਵਾਂਗ ਹੁਣ ਜਲ ਦੇ ਵਾਂਗ ਹੁੰਦੇ ਨੇ। ਪੂਰਨ ਸੰਤਾਂ ਦੀ ਆਪਾਂ ਗੱਲ ਕਰਦੇ ਹਾਂ। ਹੁਣ ਦੇਖੋ, ਸਤਿਗੁਰੂ ਨਾਨਕ ਹੈ, ਕਿਹੜੇ ਧਰਮ ਵਿੱਚ ਆਏ ਆ, ਉਹਨਾਂ ਨੂੰ ਧਰਮਾਂ ਨਾਲ ਕੋਈ ਵਾਸਤਾ ਨਹੀਂ ਹੈ। ਹੁਣ ਸਤਿਗੁਰੂ ਨਾਨਕ ਜੀ ਮੁਸਲਮਾਨ ਉਹਨਾਂ ਨੂੰ ਪੀਰ ਕਹਿੰਦੇ ਆ, ਸ਼ਾਹ ਕਹਿੰਦੇ ਆ, ਫਕੀਰ ਕਹਿੰਦੇ ਆ, ਤੇ ਹਿੰਦੂ ਲੋਕ ਉਹਨਾਂ ਨੂੰ ਨਾਨਕ ਦੇਵ ਕਹਿੰਦੇ ਆ, ਤੇ ਬਹੁਜਨ ਸਮਾਜ ਦੇ ਲੋਕ ਉਹਨਾਂ ਨੂੰ ਬਾਬਾ ਨਾਨਕ ਕਹਿੰਦੇ ਆ, ਸਤਿਗੁਰੂ ਕਹਿੰਦੇ ਆ, ਗੁਰੂ ਕਹਿੰਦੇ ਆ, ਗੁਰੂਦੇਵ ਕਹਿੰਦੇ ਆ। ਕਿਉਂਕਿ ਉਹ ਸੂਰਜ ਦੇ ਵਾਂਗ, ਚੰਦ ਦੇ ਵਾਂਗ, ਪਰਮੇਸ਼ਵਰ ਦੇ ਵਾਂਗ ਸਾਰਿਆਂ ਦੇ ਸਾਂਝੇ ਹੈ, ਕੋਈ ਵੰਡ ਵਿਤਕਰੇ ਨਹੀਂ ਹੈ। ਜੇ ਗਿਆਨ ਬਖਸ਼ਿਸ਼ ਕੀਤਾ ਹੈ, ਬੁੱਧੀ ਬਖਸ਼ਿਸ਼ ਕੀਤੀ ਹੈ, ਤਾਂ ਸਾਰਿਆਂ ਨੂੰ ਸਾਂਝੀ ਬਖਸ਼ਿਸ਼ ਕੀਤੀ ਹੈ। ਸਾਰਿਆਂ ਨੂੰ ਸਮਝਾਉਣਾ ਕੀਤਾ ਭਾਈ ਪ੍ਰੇਮ ਦੀ ਭਾਸ਼ਾ ਲੈ ਕੇ ਆਓ, ਪ੍ਰੇਮ ਦੀ ਜਾਤ ਲੈ ਕੇ ਆਓ, ਪ੍ਰੇਮ ਵਾਲਾ ਧਰਮ ਲੈ ਕੇ ਆਓ, ਪ੍ਰੇਮ ਵਾਲਾ ਗਿਆਨ ਲੈ ਕੇ ਆਓ। ਇਹੀ ਗੱਲ ਤਾਂ ਸਤਿਗੁਰੂ ਰਵਿਦਾਸ ਨੇ ਕਹਿਣੀ ਕੀਤੀ ਹੈ, ਕਬੀਰਦਾਸ ਨੇ ਵੀ ਕਹਿਣੀ ਕੀਤੀ ਹੈ। ਸਭ ਸੰਤਾਂ ਮਹਾਂਪੁਰਖਾਂ ਨੇ ਸਮਝਾਉਣਾ ਕੀਤਾ ਭਾਈ ਊਚ ਨੀਚ ਬਿਲਕੁਲ ਵੀ ਨਹੀਂ ਹੈ, ਸਾਰੇ ਸਮ ਹੈ, ਸਾਰੇ ਬਰਾਬਰ ਹੈ। ਸੋ ਜਿਨ੍ਹਾਂ ਨੇ ਵੰਡ ਵਿਤਕਰੀਆਂ ਪਾਈਆਂ, ਊਚ ਨੀਚ ਪਾਈ ਹੈ, ਉਹਨਾਂ ਨੂੰ ਸੰਤਾਂ ਦਾ ਦਰਜਾ ਦਿੱਤਾ ਗਿਆ ਹੀ ਨਹੀਂ ਹੈ।
ਕਿਤੇ ਵੀ ਉਹਨਾਂ ਨੂੰ ਸੰਤ ਨਹੀਂ ਕਿਹਾ ਗਿਆ। ਤੁਸੀਂ ਬ੍ਰਹਮਾ ਦੇ ਪੁੱਤਰ ਨੂੰ ਚੇਤੇ ਕਰ ਲਓ, ਜਿਹਨੂੰ ਮਨੂ ਕਹਿੰਦੇ ਸੀ। ਮਨੂ ਸਮਰਥੀ ਤਿਆਰ ਕੀਤੀ, ਉਹ ਵੀ ਤਾਂ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਾਉਂਦਾ ਸੀ ਕਿ ਜੋ ਮੈਂ ਕਿਤਾਬ ਸ਼ੁਰੂ ਕਰਨ ਲੱਗਾ ਹਾਂ, ਇਹ ਰੱਬ ਦਾ ਹੁਕਮਨਾਮਾ ਹੈ ਜੀ, ਇਹ ਖੁਦਾ ਦਾ ਹੁਕਮਨਾਮਾ ਹੈ। ਜੋ ਕਿਤਾਬ 'ਚ ਲਿਖਾਂਗਾ ਸਾਰਿਆਂ ਨੂੰ ਮੰਨਣਾ ਪੈਣਾ ਹੈ। ਤੇ ਕੀਤਾ ਕੀ ਉਹਨੇ? ਰੱਬ ਦੇ ਪੁੱਤਰ ਨੇ, ਰੱਬ ਦੇ ਪੁੱਤ ਨੇ ਕੀਤਾ ਕੀ ਹੈ? ਬ੍ਰਹਮਾ ਦੇ ਪੁੱਤ ਨੇ ਕੀਤਾ ਕੀ? ਇਹ ਕਿਤਾਬ ਤਿਆਰ ਕੀਤੀ, ਮਨੂ ਸਮਰਤੀ। ਰੱਬ ਨੂੰ ਟੋਟਿਆਂ ਵਿੱਚ ਪਾ ਦਿੱਤਾ। ਇਨਸਾਨ ਇੱਕ ਸੀ, ਇਨਸਾਨ ਨੂੰ ਵਰਨਾਂ ਵਿੱਚ ਪਾ ਦਿੱਤਾ, ਜਾਤਾਂ ਗੋਤਾਂ 'ਚ ਪਾ ਦਿੱਤਾ। ਇਹ ਵਿਸ਼ਾ ਬੜਾ ਡੂੰਘਾ ਲੰਬਾ ਹੈ, ਆਪ ਸਾਰੇ ਜਾਣਦੇ ਹੋ ਕੀ ਕੁਝ ਹੋਇਆ, ਕੀ ਕੁਝ ਉਸ ਕਿਤਾਬ ਦੇ ਅੰਦਰ ਹੈ। ਆਪਣੇ ਆਪ ਉੱਚਾ ਦੱਸਿਆ, ਸੁੱਚਾ ਦੱਸਿਆ ਕਿ ਜੋ ਮੈਂ ਕਰਮ ਕਰਾਂ, ਚਾਹੇ ਚੋਰੀ ਕਰਾਂ, ਡਾਕਾ ਮਾਰਾਂ, ਕਿਸੇ ਦੀ ਇੱਜ਼ਤ ਲੁੱਟਾਂ, ਕਿਸੇ ਨੂੰ ਨੁਕਸਾਨ ਪਹੁੰਚਾਵਾਂ, ਉਹ ਫਿਰ ਵੀ ਉੱਚਾ ਹੈ, ਸੁੱਚਾ ਹੈ, ਉਹ ਕਰ ਸਕਦਾ ਹੈ। ਪਰ ਜੇ ਚੋਰੀ ਕੋਈ ਹੋਰ ਧਰਮ ਦਾ ਕਰੇ, ਸਮਾਜ ਦਾ ਕਰੇ, ਤਾਂ ਉਹਨੂੰ ਸਜ਼ਾ ਹੈ। ਚੌਥਾ ਵਰਨ ਜਿਹਨੂੰ ਦਿੱਤਾ ਗਿਆ ਹੈ, ਚੌਥੇ ਵਰਨ ਵਾਲਾ ਇਨਸਾਨ ਕੋਈ ਰੁੱਖ ਤੋਂ ਫਲ ਵੀ ਤੋੜ ਲਵੇ, ਉਹਨੂੰ ਸਜ਼ਾ ਹੈ। ਖੂਹੇ 'ਚ ਪਾਣੀ ਵੀ ਭਰ ਲਵੇ, ਉਹਨੂੰ ਸਜ਼ਾ ਹੈ। ਆਪਣੇ ਹੱਕ ਦੀ ਗੱਲ ਕਰੇ, ਉਹਨੂੰ ਸਜ਼ਾ ਹੈ। ਕੋਈ ਵਿਦਿਆ ਦੀ ਗੱਲ ਕਰੇ, ਉਹਨੂੰ ਸਜ਼ਾ ਹੈ। ਇਹ ਉਹਦੀ ਕਰਨੀ ਸੀ, ਤੇ ਉਹਨੂੰ ਕਿਸੇ ਨੇ ਵੀ ਸੰਤ ਨਹੀਂ ਕਿਹਾ, ਸਤਿਗੁਰ ਨਹੀਂ ਕਿਹਾ, ਗੁਰਦੇਵ ਨਹੀਂ ਕਿਹਾ। ਕਿਉਂਕਿ ਨਫ਼ਰਤ ਪੈਦਾ ਕਰਨ ਵਾਲੇ ਨੂੰ ਸੰਤ ਨਹੀਂ ਕਹਿੰਦੇ, ਵੰਡ ਵਿਤਕਰੀਆਂ ਪਾਉਣ ਵਾਲੇ ਨੂੰ ਸੰਤ ਨਹੀਂ ਕਹਿੰਦੇ। ਰਾਮਾਨੰਦ ਜੀ ਸਤਿਗੁਰੂ ਹੋਏ ਹੈ, ਪਾਣੀ 'ਚ ਉਹਨਾਂ ਦਾ ਨਾਮ ਆਉਂਦਾ ਹੈ, ਕਿਉਂਕਿ ਵੰਡ ਵਿਤਕਰੀਆਂ ਉਹਨਾਂ ਨੇ ਦੂਰ ਕੀਤੀਆਂ। ਆਪ ਖਿਲਾਫ ਹੋਏ ਹੈ ਉਹਨਾਂ ਲੋਕਾਂ ਦੇ। ਅਸੀਂ ਵਿਰੋਧ ਕਰਦੇ ਹਾਂ ਇਸ ਨੀਤੀ ਦਾ, ਇਸ ਰਾਜਨੀਤੀ ਦਾ। ਰਾਮਾਨੰਦ ਜੀ ਵਿਰੋਧ ਕੀਤਾ ਸੀ, ਉਹ ਸੰਤ ਅਖਵਾਏ ਹੈ, ਸਤਿਗੁਰੂ ਅਖਵਾਏ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ। ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੀ ਬਾਣੀ ਅੰਦਰ ਵੀ ਰਾਮਾਨੰਦ ਜੀ ਦਾ ਜ਼ਿਕਰ ਆਉਂਦਾ ਹੈ। ਸੋ ਸੰਤ ਉਹੀ ਹੈ ਜਿਹੜਾ ਸਤ ਰੂਪ ਹੋ ਗਿਆ, ਪਰਮੇਸ਼ਵਰ ਰੂਪ ਹੋ ਗਿਆ। ਤੇ ਪਰਮੇਸ਼ਵਰ ਕਿਸੇ ਨਾਲ ਵੰਡ ਵਿਤਕਰੀਆਂ ਨਹੀਂ ਕਰਦਾ। ਉਹ ਸੰਤ ਕਿਸੇ ਨਾਲ ਵੰਡ ਵਿਤਕਰੀਆਂ ਨਹੀਂ ਕਰਦਾ, ਕਿਸੇ ਨਾਲ ਨਫ਼ਰਤ ਸੰਤ ਨਹੀਂ ਕਰਦਾ। ਉਹ ਸੰਤ ਚਾਹੇ ਹਿੰਦੂਆਂ ਵਿੱਚ ਹੋਇਆ, ਚਾਹੇ ਮੁਸਲਮਾਨਾਂ ਵਿੱਚ ਹੋਇਆ, ਚਾਹੇ ਕੋਈ ਬਹੁਜਨ ਸਮਾਜ ਵਿੱਚ ਸੰਤ ਹੋਇਆ, ਗੁਰੂ ਪੀਰ ਅਵਤਾਰ ਹੋਇਆ, ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਜੋ ਵੀ ਬਖਸ਼ਿਸ਼ ਕਰਦਾ ਹੈ, ਸਭ ਨੂੰ ਸਾਂਝਾ ਹੀ ਬਖਸ਼ਿਸ਼ ਕਰਦਾ ਹੈ। ਇਹਨੂੰ ਕਹਿੰਦੇ ਆ ਸੰਤ। ਸੋ ਆ ਜਾਂਦੇ ਆਪਾਂ ਕਿ ਸੰਤ ਰੂਪ ਪਰਮੇਸ਼ਵਰੀ, ਸੰਤ ਪ੍ਰਭੂ ਦੇ ਹੁੰਦੇ ਦਾਸ। ਪਹਿਲਾਂ ਤਾਂ ਕਹਿਣਾ ਕੀਤਾ ਕਿ ਸੰਤ ਪਰਮਾਤਮਾ ਦਾ ਰੂਪ ਹੈ, ਪਰਮੇਸ਼ਵਰ ਦਾ ਰੂਪ ਹੈ, ਤੇ ਸੰਤ ਪ੍ਰਭੂ ਦੇ ਹੁੰਦੇ ਦਾਸ। ਪ੍ਰਭੂ ਦੇ ਦਾਸ ਹੈ। ਹੁਣ ਜੇ ਪਰਮੇਸ਼ਵਰ ਬਣਨਾ ਹੈ ਤਾਂ ਪਹਿਲਾਂ ਦਾਸ ਹੀ ਬਣਨਾ ਪੈਂਦਾ ਹੈ। ਉਹ ਪਰਮਾਤਮਾ ਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਰਹਿ ਕੇ ਹੀ, ਉਹਦੀ ਦਾਸੀ ਕਰਕੇ, ਨੌਕਰੀ ਕਰਕੇ ਹੀ ਮਾਲਕ ਬਣਦੇ ਆ, ਮਾਲਕ ਬਣਿਆ ਜਾਂਦਾ ਹੈ। ਪਹਿਲਾਂ ਪਰਮੇਸ਼ਵਰ ਦੀ ਦਾਸੀ ਕੀਤੀ ਹੈ, ਨੌਕਰੀ ਕੀਤੀ ਹੈ, ਉਹਦੇ ਭਾਣੇ ਵਿੱਚ ਰਹੇ ਆ। ਉਹ ਸੰਤ ਮਹਾਂਪੁਰਖ ਗੁਰੂ ਪੀਰ ਅਵਤਾਰ ਰੱਬ ਦੇ ਭਾਣੇ ਅੰਦਰ ਰਹੇ। ਜੋ ਵੀ ਕੀਤਾ ਰੱਬ ਦੇ ਹੁਕਮ ਅਨੁਸਾਰ ਕੀਤਾ, ਜੋ ਵੀ ਬੋਲਿਆ ਹੈ ਰੱਬ ਦੇ ਹੁਕਮ ਅਨੁਸਾਰ ਬੋਲਿਆ ਹੈ। ਦਾਸ ਬਣ ਕੇ ਰਹੇ ਹੈ, ਨੌਕਰ ਬਣ ਕੇ ਰਹੇ ਹੈ, ਤੇ ਇੱਕ ਦਿਨ ਉਹਦੀ ਪਦਵੀ ਨੂੰ ਹਾਸਲ ਕਰ ਲਿਆ ਹੈ। ਖੁਦ ਮਾਲਕ ਵੀ ਸੰਸਾਰ ਦੇ ਹੋ ਗਏ ਹੈ, ਪਹਿਲਾਂ ਦਾਸ ਬਣ ਕੇ। ਜਿਵੇਂ ਉਦਾਹਰਨ ਤੌਰ 'ਤੇ ਇੱਕ ਸਤਿਗੁਰੂ ਦਾ ਸ਼ਿਸ਼ ਹੋਇਆ, ਸਿੱਖ ਹੁੰਦਾ ਹੈ। ਹੁਣ ਸਿੱਖ ਪਹਿਲਾਂ ਗੁਰੂ ਦੇ ਹੁਕਮ ਵਿੱਚ ਰਹਿੰਦਾ ਹੈ, ਗੁਰੂ ਦੀ ਰਜ਼ਾ ਵਿੱਚ ਰਹਿੰਦਾ ਹੈ। ਜਿੱਥੇ ਸਤਿਗੁਰੂ ਕਹਿੰਦਾ ਹੈ ਭਾਈ ਬਹਿ ਜਾ, ਸਿੱਖ ਬਹਿੰਦਾ ਹੈ। ਆਹ ਕਾਰਜ ਕਰ, ਸਿੱਖ ਕਰਦਾ ਹੈ। ਇੱਕ ਦਿਨ ਹੁਕਮ ਦੀ ਪਾਲਣਾ ਕਰਦਿਆਂ, ਗੁਰੂ ਦੀ ਨੌਕਰੀ ਕਰਦਿਆਂ, ਇੱਕ ਦਿਨ ਉਹ ਖੁਦ ਸਤਿਗੁਰੂ ਹੋ ਜਾਂਦਾ ਹੈ, ਸਤਿਗੁਰ ਦੀ ਪਦਵੀ 'ਤੇ ਬਹਿ ਜਾਂਦਾ ਹੈ, ਖੁਦ ਮਾਲਕ ਹੋ ਗਿਆ। ਪਹਿਲਾਂ ਨੌਕਰ ਸੀ, ਦਾਸ ਸੀ, ਹੁਕਮ ਦੀ ਪਾਲਣਾ ਕਰਦਾ ਸੀ, ਭਾਣੇ 'ਚ ਰਹਿੰਦਾ ਸੀ, ਰਜਾ 'ਚ ਰਹਿੰਦਾ ਸੀ। ਅੱਜ ਖੁਦ ਮਾਲਕ ਹੋ ਗਿਆ, ਅੱਜ ਖੁਦ ਸਤਿਗੁਰੂ ਹੋ ਗਿਆ। ਇੱਦਾਂ ਹੀ ਉਹ ਸੰਤ ਪਹਿਲਾਂ
ਉਹਦੀ ਦਾਸੀ ਕਰਦੇ ਨੇ, ਨੌਕਰੀ ਕਰਦੇ ਨੇ, ਹੁਕਮ ਦੀ ਪਾਲਣਾ ਕਰਦੇ ਨੇ। ਇਧਰ ਪਾਲਣਾ ਕਰਦੇ ਕਰਦੇ ਖੁਦ ਪਰਮੇਸ਼ਵਰ ਦਾ ਰੂਪ ਹੀ ਹੋ ਜਾਂਦੇ ਨੇ। ਉਹਨੂੰ ਕਹਿੰਦੇ ਆ ਸੰਤ। ਕਿ ਸੰਤ ਰੂਪ ਪਰਮੇਸ਼ਵਰੀ, ਸੰਤ ਪ੍ਰਭੂ ਦੇ ਹੁੰਦੇ ਦਾਸ। ਇਹੜਾ ਪਿੰਗਲਾ ਸੁਖਨਾ ਸੰਤ ਜਨਾਂ ਦੀ ਅਸਲੀ ਰਾਸ। ਇੱਥੇ ਹੋਰ ਅਗਲੀ ਪੰਕਤੀ 'ਚ ਆਉਂਦਾ ਹੈ ਕਿ ਸੰਤ ਜਨਾਂ ਨੇ ਪ੍ਰਭੂ ਦੇ ਲੇਖੇ ਲਾਈ ਆਪਣੀ ਜਾਨ। ਜੋ ਕਹਿੰਦੇ ਸੰਤ ਪ੍ਰਭੂ ਦੇ ਮੰਨ ਲੈਂਦਾ ਭਗਵਾਨ। ਦੇਖੋ, ਸੰਤ ਕਹਿੰਦੇ ਉਹਨੂੰ ਜਿਹਨੇ ਪ੍ਰਭੂ ਦੇ ਲੇਖੇ ਵਿੱਚ, ਪ੍ਰਭੂ ਦੇ ਭਾਣੇ ਵਿੱਚ, ਪ੍ਰਭੂ ਦੀ ਹੁਕਮ ਵਿੱਚ, ਰਜਾ ਵਿੱਚ ਆਪਣੀ ਜਾਨ ਵੀ ਦਾਅ 'ਤੇ ਲਾ ਦਿੱਤੀ ਹੈ। ਆਪਣੀ ਜਾਨ ਵੀ ਭੇਟਾ ਕਰ ਦਿੱਤੀ ਹੈ, ਸਵਾਸ ਵੀ ਭੇਟਾ ਕਰ ਦਿੱਤੇ ਹੈ ਕਿ ਚੱਲ ਮਾਲਕਾ, ਜਿੱਦਾਂ ਤੇ ਰਜਾ ਹੈ ਉੱਦਾਂ ਹੀ ਚੱਲ। ਨਹੀਂ ਤਾਂ ਉਹਨਾਂ ਸੰਤਾਂ ਮਹਾਂਪੁਰਖਾਂ ਜੀਵਨ ਨੂੰ ਦੇਖ ਲਓ, ਕਿਹੜੇ ਕਿਹੜੇ ਦੁੱਖ ਨਹੀਂ ਝੱਲੇ। ਉਹਨੂੰ ਕਹਿੰਦੇ ਆ ਪੂਰਨ ਸੰਤ, ਪੂਰਨ ਸਤਿਗੁਰੂ। ਸਤਿਗੁਰੂ ਕਬੀਰਦਾਸ, ਰਵਿਦਾਸ ਜੀ ਅੱਗ ਵਿੱਚ ਸੁੱਟਿਆ ਗਿਆ ਹੈ, ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ, ਕਿਉਂਕਿ ਜੀਵਨ ਅਰਪਣ ਕੀਤਾ ਸੀ। ਕਿ ਜਿਨ੍ਹਾਂ ਜੀਵਨ ਅਰਪਣ ਕੀਤਾ ਹੋਵੇ ਨਾ, ਲੋਹਾਂ 'ਤੇ ਬੈਠੇ ਹੋਣ, ਆਰਿਆਂ ਨਾਲ ਆਪਣੇ ਆਪ ਨੂੰ ਚਰਵਾਇਆ ਹੋਵੇ, ਉਹਨੂੰ ਕਹਿੰਦੇ ਆ ਸੰਤ। ਸੰਤ ਜਿਨ੍ਹਾਂ ਨੇ ਪ੍ਰਭੂ ਦੇ ਲੇਖੇ ਲਾਈ ਆਪਣੀ ਜਾਨ। ਜੋ ਕਹਿੰਦੇ ਸੰਤ ਪ੍ਰਭੂ ਦੇ ਮੰਨ ਲੈਂਦਾ ਭਗਵਾਨ। ਜਿਨ੍ਹਾਂ ਨੇ ਲੇਖੇ ਲਾਇਆ ਹੋਇਆ ਆਪਣਾ ਜੀਵਨ ਪ੍ਰਭੂ ਦੇ, ਪਰਮੇਸ਼ਵਰ ਦੇ, ਤੇ ਉਹਨਾਂ ਦੀ ਹਰ ਇੱਕ ਗੱਲ ਉਹ ਰੱਬ ਵੀ ਮੰਨਦਾ ਹੈ। ਇੱਥੇ ਇੱਕ ਹੋਰ ਪੰਕਤੀ ਆਉਂਦੀ, ਆਪੇ ਦਾ ਅਹਿਸਾਸ ਕਰਾ ਕੇ ਸੁੱਤੀਆਂ ਸ਼ਕਤੀਆਂ ਸੰਤ ਜਗਾਵੇ। ਉਹਨੂੰ ਕਹਿੰਦੇ ਸੰਤ। ਜਿਹੜਾ ਇਨਸਾਨ ਨੂੰ ਆਪਣੇ ਆਪ ਦੀ ਪਛਾਣ ਕਰਾ ਦੇ ਕਿ ਬੰਦਿਆ ਤੂੰ ਹੈ ਕੀ ਹੈ, ਤੂੰ ਰੱਬ ਰੂਪ ਹੈ, ਰੱਬ ਦਾ ਨੂਰ ਹੈ। ਇਹ ਤੈਨੂੰ ਅਸੀਂ ਅਹਿਸਾਸ ਕਰਾਉਂਦੇ ਹਾਂ, ਅਸੀਂ ਤੈਨੂੰ ਸਮਝਾਉਂਦੇ ਹਾਂ। ਆਪੇ ਦਾ ਅਹਿਸਾਸ ਕਰਾ ਕੇ ਜੋ ਬੰਦੇ ਦੀਆਂ ਗੁਣ, ਬੰਦੇ ਦੀਆਂ ਸ਼ਕਤੀਆਂ ਸੁੱਤੀਆਂ ਹੁੰਦੀਆਂ ਹੈ, ਰੱਬ ਵਾਲੇ ਗੁਣ ਜਿਹੜੇ ਸੁੱਤੇ ਹੁੰਦੇ ਬੰਦੇ ਦੇ, ਉਹਨਾਂ ਗੁਣਾਂ ਨੂੰ ਜਗਾਉਣਾ ਕਰਦੇ ਨੇ ਸੰਤ ਮਹਾਂਪੁਰਖ। ਇੱਕ ਦਿਨ ਆਪਣੇ ਸਿੱਖ ਨੂੰ ਉਹਦਾ ਰੂਪ ਹੀ ਬਣਾ ਦਿੰਦੇ ਨੇ, ਉਹਦਾ ਰੂਪ ਹੀ ਬਣਾ ਦਿੰਦੇ ਨੇ। ਸੋ ਆਪੇ ਦਾ ਅਹਿਸਾਸ ਕਰਾ ਕੇ ਆਪਣੇ ਸਿੱਖ ਨੂੰ, ਆਪਣੇ ਪਿਆਰੇ ਨੂੰ ਪਹਿਲਾਂ ਆਪੇ ਦਾ ਅਹਿਸਾਸ ਕਰਾਉਂਦੇ ਨੇ ਸੰਤ ਮਹਾਂਪੁਰਖ ਕਿ ਬੰਦਿਆ ਤੂੰ ਹੈ ਕੀ ਹੈ। ਪਛਾਣ ਆਪਣੇ ਆਪ ਨੂੰ, ਪਛਾਣ ਕਰ ਆਪਣੀ ਹੋਂਦ ਦੀ, ਪਛਾਣ ਕਰ ਆਪਣੇ ਤੱਤ ਦੀ, ਤੂੰ ਹੈ ਕੀ ਹੈ। ਫਿਰ ਅੰਦਰਲੇ ਗੁਣਾਂ ਨੂੰ ਜਗਾਉਣਾ ਕਰਦੇ ਨੇ ਜਿਹੜੇ ਸੁੱਤੇ ਹੁੰਦੇ ਆ ਅਵਗੁਣਾ ਕਰਕੇ, ਵਿਕਾਰਾਂ ਕਰਕੇ। ਉਹ ਪਰਮਾਤਮਾ ਵਾਲੇ ਗੁਣ, ਪ੍ਰਭੂ ਪਰਮੇਸ਼ਰ ਵਾਲੇ ਗੁਣ, ਉਹਨਾਂ ਨੂੰ ਜਗਾਉਣਾ ਕਰਦੇ ਨੇ ਤੇ ਆਪਣੇ ਸਿੱਖ ਸੇਵਕ ਨੂੰ ਵੀ ਸਤਿਗੁਰੂ ਬਣਾ ਦਿੰਦੇ ਨੇ, ਸੰਤ ਬਣਾ ਦਿੰਦੇ ਨੇ, ਪਰਮੇਸ਼ਰ ਬਣਾ ਦਿੰਦੇ ਨੇ, ਪਰਮੇਸ਼ਰ ਨਾਮ ਲਾ ਦਿੰਦੇ ਨੇ। ਉਹਨੂੰ ਕਹਿੰਦੇ ਸੰਤ। ਸੋ ਹਿੰਦੂ ਧਰਮ ਅਤੇ ਬਹੁਜਨ ਸਮਾਜ ਦੇ ਸੰਤਾਂ ਵਿੱਚ, ਗੁਰੂਆਂ ਵਿੱਚ ਕੀ ਅੰਤਰ ਹੈ? ਕੋਈ ਅੰਤਰ ਨਹੀਂ ਭਾਈ, ਕੋਈ ਵੀ ਅੰਤਰ ਨਹੀਂ ਹੈ ਕਿ ਉਹ ਭਾਈ ਉੱਚਾ ਹੈ ਤੇ ਬਹੁਜਨ ਸਮਾਜ ਦਾ ਸੰਤ ਨੀਵਾਂ ਹੈ, ਤਾਂ ਬਿਲਕੁਲ ਨਹੀਂ। ਹਿੰਦੂ ਧਰਮ ਦੇ ਸੰਤਾਂ ਦਾ ਨਫ਼ਰਤ ਤੈਅ ਕਰਨਾ ਹੈ ਤਾਂ ਬਿਲਕੁਲ ਨਹੀਂ। ਕਿਉਂਕਿ ਜਿਹੜਾ ਪੂਰਨ ਸੰਤ ਹੈ ਉਹ ਪਰਮੇਸ਼ਵਰ ਰੂਪ ਹੈ ਤੇ ਪਰਮੇਸ਼ਵਰ ਕਿਸੇ ਨਾਲ ਘਿਰਣਾ ਨਹੀਂ ਕਰਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਸਾਰਿਆਂ ਨੂੰ ਇੱਕ ਸਮਾਨ ਬੱਚਿਆਂ ਵਾਂਗੂ ਪਾਲਦਾ ਹੈ। ਸਾਰੇ ਉਹਦੇ ਧੀਆਂ ਪੁੱਤਰ ਹੈ। ਹੁਣ ਮਨੂ ਨੇ ਕਿਹਾ ਸੀ ਕਿ ਮੈਂ ਬ੍ਰਹਮਾ ਦਾ ਪੁੱਤਰ ਹਾਂ, ਜੋ ਮੈਂ ਲਿਖ ਦਿੱਤਾ, ਜੋ ਮੈਂ ਬੋਲਾਂਗਾ ਤੁਹਾਨੂੰ ਉਹੀ ਕਰਨਾ ਪਵੇਗਾ। ਮੈਂ ਰੱਬ ਦਾ ਪੁੱਤਰ ਹਾਂ ਜੀ। ਰੱਬ ਦੇ ਪੁੱਤਰ ਇੱਦਾਂ ਨਹੀਂ ਕਰਦੇ, ਬਿਲਕੁਲ ਵੀ ਇੱਦਾਂ ਨਹੀਂ ਕਰਦੇ ਰੱਬ ਦੇ ਪੁੱਤਰ ਜਿਹੜੇ ਹੁੰਦੇ ਹੈ। ਨਹੀਂ ਤਾਂ ਹਜ਼ਰਤ ਈਸਾ ਮਸੀਹ ਵੱਲ ਦੇਖ ਦਿਓ, ਉਹਨਾਂ ਨੇ ਇੱਦਾਂ ਕੀਤੀ ਹੈ। ਉਹਨਾਂ ਨੇ ਆਪਣੇ ਆਪ ਨੂੰ ਸੂਲੀ 'ਤੇ ਚਾੜਿਆ, ਸਰੀਰ 'ਤੇ ਚਾੜਿਆ ਆਪਣੇ ਆਪ ਨੂੰ, ਆਪਣੇ ਆਪ ਨੂੰ ਦੁੱਖਾਂ ਵਿੱਚ ਪਾਇਆ ਹੈ ਤੇ ਸੁੱਖ ਬਖਸ਼ੀ ਕੀਤਾ ਹੈ ਸਾਰੇ ਸੰਸਾਰ ਨੂੰ। ਆਪਣਾ ਆਪ ਲਹੂ ਵਹਾਇਆ ਹੈ, ਆਪਣਾ ਜੀਵਨ ਪ੍ਰਭੂ ਦੇ ਲੇਖੇ ਲਾਇਆ ਹੈ। ਉਹਨੂੰ ਕਹਿੰਦੇ ਆ ਸੰਤ, ਉਹਨੂੰ ਕਹਿੰਦੇ ਰੱਬ ਦਾ ਪੁੱਤਰ। ਰੱਬ ਦੇ ਪੁੱਤਰ ਵੰਡ ਵਿਤਕਰੀਆਂ ਨਹੀਂ ਪਾਉਂਦੇ, ਨਫ਼ਰਤ ਦਾ ਪ੍ਰਕਾਸ਼ ਨਹੀਂ ਕਰਦੇ, ਉਹ ਪ੍ਰੇਮ ਦਾ ਪ੍ਰਕਾਸ਼ ਕਰਦੇ ਆ। ਪ੍ਰੇਮ ਸਿਖਾਉਂਦੇ ਆ ਸਭਨਾਂ ਨੂੰ, ਭਾਸ਼ਾ ਸਿਖਾਉਂਦੇ ਆ ਪ੍ਰੇਮ ਦੀ।
ਜਿਵੇਂ ਸਤਿਗੁਰੂ ਮਹਾਰਾਜ ਬਾਣੀ ਅੰਦਰ ਸਮਝਾਉਣਾ ਕਰਦੇ ਨੇ ਕਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਹੇ ਦਾਤਾ ਹੈ ਸਿਰਜਣਹਾਰ, ਅਸੀਂ ਤੇਰੇ ਧੀਆਂ ਪੁੱਤਰ ਹਾਂ, ਤੂੰ ਸਾਡਾ ਮਾਤਾ ਹੈ, ਤੂੰ ਸਾਡਾ ਪਿਤਾ ਹੈ। ਇਹੀ ਗੱਲ ਸਤਿਗੁਰਾਂ ਨੇ ਵੀ ਕਹੀ ਹੈ ਤੇ ਇਹੀ ਗੱਲ ਉਹ ਹਜ਼ਰਤ ਈਸਾ ਮਸੀਹ ਨੇ ਵੀ ਕਹੀ ਹੈ। ਪਰ ਇਹਨਾਂ ਨੇ ਕਹਿਣਾ ਨਹੀਂ ਕੀਤਾ, ਬਣ ਕੇ ਦਿਖਾਇਆ ਹੈ। ਜੇ ਪੁੱਤਰ ਕਿਹਾ ਹੋਇਆ ਸੀ ਪਰਮਾਤਮਾ ਪੁੱਤਰ ਹੈ, ਪੁੱਤਰ ਬਣ ਕੇ ਦਿਖਾਇਆ ਹੈ। ਉਹ ਮਨੂ ਦੇ ਵਾਂਗ ਨਹੀਂ ਕੀਤਾ, ਕਹਿੰਦਾ ਸੀ ਮੈਂ ਰੱਬ ਦਾ ਪੁੱਤਰ ਹਾਂ, ਬ੍ਰਹਮਾ ਦਾ ਪੁੱਤਰ ਹੈ, ਪਰ ਉਹਨੇ ਨਫ਼ਰਤ ਦਾ ਪ੍ਰਕਾਸ਼ ਕੀਤਾ ਹੈ, ਵੰਡ ਵਿਤਕਰੀਆਂ ਪਾਈਆਂ ਤੇ ਦੁਨੀਆ ਨੇ ਉਹਨੂੰ ਸੰਤ ਨਹੀਂ ਕਿਹਾ, ਸਤਿਗੁਰ ਨਹੀਂ ਕਿਹਾ, ਕਿਤੇ ਵੀ ਸਤਿਗੁਰ ਨਹੀਂ ਕਿਹਾ। ਸੋ ਜਿਹੜੇ ਵੰਡ ਵਿਤਕਰੀਆਂ ਪਾਉਂਦੇ ਨੇ ਉਹ ਸੰਤ ਨਹੀਂ ਹੈ, ਜਿਹੜੇ ਲੜਾਈਆਂ ਝਗੜੇ ਕਰਾਉਂਦੇ ਨੇ ਉਹ ਸੰਤ ਨਹੀਂ ਹੈ, ਜੋ ਨਫ਼ਰਤ ਦਾ ਬੀਜ ਬੋਝਦੇ ਨੇ ਉਹ ਸੰਤ ਨਹੀਂ ਹੈ। ਸੰਪੂਰਨ ਸੰਤ ਪਰਮਾਤਮਾ ਰੂਪ ਹੈ ਤੇ ਪਰਮਾਤਮਾ ਕਿਸੇ ਨਾਲ ਵੰਡ ਵਿਤਕਰੀ ਨਹੀਂ ਕਰਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਸੋ ਇੱਥੇ ਹੀ ਆਪਾਂ ਵਿਸ਼ਰਾਮ ਲੈਂਦੇ ਹਾਂ। ਹੁਣ ਆਪਾਂ ਇੱਥੋਂ ਉੱਠਾਂਗੇ ਤੇ ਕਈ ਹੋਰ ਕਹਾਣੀਆਂ ਮਸਤਕ ਵਿੱਚ ਆਉਣਗੀਆਂ, ਦਿਮਾਗ ਵਿੱਚ ਆਉਣਗੀਆਂ। ਹੁਣ ਇੱਥੇ ਸਾਨੂੰ ਕਹਾਣੀ ਚੇਤੇ ਆ ਵੀ ਗਈ ਹੈ, ਸਤਿਗੁਰੂ ਕਬੀਰਦਾਸ ਜੀ ਅਤੇ ਸਤਿਗੁਰੂ ਫਰੀਦ ਸਾਹਿਬ ਦੀ। ਬੜੀ ਪਿਆਰੀ ਕਹਾਣੀ ਹੈ ਪਰ ਥੋੜ੍ਹੀ ਲੰਬੀ ਹੈ। ਉਹ ਤੋਂ ਪਤਾ ਲੱਗਦਾ ਕਿ ਸੰਤਾਂ ਦੀ ਨਿਸ਼ਾਨੀ ਕੀ ਹੈ, ਅਸਲ 'ਚ ਸੰਤ ਕਿਹਨੂੰ ਕਹਿੰਦੇ ਆ। ਸੋ ਆਪਾਂ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ ਕਿ ਭਾਈ ਸੰਤਾਂ ਵਿੱਚ ਭੇਦ ਨਾ ਕਰੋ, ਚਾਹੇ ਹਿੰਦੂ ਸਮਾਜ ਵਿੱਚੋਂ ਹੈ, ਹਿੰਦੂ ਧਰਮ ਵਿੱਚੋਂ ਹੈ, ਪਰ ਜਿਹੜਾ ਪੂਰਨ ਸੰਤ ਹੈ ਨਾ ਉਹ ਧਰਮਾਂ ਵਿੱਚ ਨਹੀਂ ਆਉਂਦਾ, ਉਹਦਾ ਸਾਰੇ ਇਨਸਾਨਾਂ ਨੂੰ ਸਮਰੂਪ ਵੇਖਦਾ, ਇੱਕ ਨਜ਼ਰ ਨਾਲ ਵੇਖਦਾ ਹੈ। ਸੋ ਇੱਥੇ ਹੀ ਆਪਾਂ ਵਿਸ਼ਰਾਮ ਲੈਂਦੇ ਹਾਂ। ਮਹਾਰਾਜ ਇੰਨੀ ਕਿ ਹਾਜ਼ਰ ਅੰਦਰ ਪ੍ਰਵਾਨ ਕਰੇ, ਕਮੀਆਂ ਤਰੁੱਟੀਆਂ ਤੇ ਖਿਮਾ ਕਰੇ, ਮਤ ਸਰਮਤ ਬਖਸ਼ਿਸ਼ ਕਰੇ, ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਦਾਤਾ ਜੀ ਸੇਵਾ ਬਖਸ਼ਿਸ਼ ਕਰੇ। ਮਹਿਮਾ ਗਾਉਂਦੇ ਰਹੀਏ ਮਹਾਂਪੁਰਖਾਂ ਦੀ, ਕਿਉਂਕਿ ਸੰਤ ਰੂਪ ਪਰਮੇਸ਼ਰ ਸੰਤ ਪ੍ਰਭੂ ਦੇ ਹੁੰਦੇ ਦਾਸ, ਈੜਾ ਪਿੰਗਲਾ ਸੁਖਮਨਾ ਸੰਤ ਜਨਾਂ ਦੀ ਅਸਲੀ ਰਾਸ। ਸੰਤ तो एक पेड़ है खड़े प्रेम के गाँव, आप तो जलते धूप में औरों को दे छाँव। ਇਹਨੂੰ ਕਹਿੰਦੇ ਆ ਸੰਤ। ਧੰਨ ਗੁਰਦੇਵ, ਧੰਨ ਗੁਰਦੇਵ।